ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਸਨਾ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ। ਇਸ ਵਕਤ ਮੈਨੀਟੋਬਾ ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਫਿਰ ਵਰਕ ਪਰਮਿਟ ਹੋਲਡਰਸ ਦੂਸਰੀਆਂ ਪ੍ਰੋਵਿੰਸਸ ਤੋਂ ਵਿੱਚ ਜਾ ਕੇ ਉੱਥੇ ਪੀਐਨਪੀ ਦੇ ਲਈ ਅਪਲਾਈ ਕਰਨ ਦੀ ਫਿਰਾਕ ਦੇ ਵਿੱਚ ਨੇ, ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੁਣ ਤੁਹਾਡੇ ਭਵਿੱਖ ਨੂੰ ਹੋਰ ਜ਼ਿਆਦਾ ਹਨੇਰੇ ਵਿੱਚ ਪਾ ਸਕਦਾ ਹੈ, ਕਿਉਂਕਿ ਮੈਨੀਟੋਬਾ ਦੇ ਵਿੱਚ ਪੀਐਨਪੀ ਦੇ ਵਿੱਚ ਕੁਝ ਚੇਂਜਸ ਜਿਹੜੇ ਉਹ ਕੀਤੇ ਜਾ ਰਹੇ ਨੇ, ਜਿਸ ਕਰਕੇ ਆਪਣੇ ਭਵਿੱਖ ਨੂੰ ਹਨੇਰੇ ਵਿੱਚ ਜਾਂਦਿਆਂ ਦੇਖ ਉੱਥੇ ਕੁਝ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕ ਪਰਮਿਟ ਹੋਲਡਰਸ ਦੇ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ। ਆਖਿਰ ਕੀ ਹੈ ਪੂਰਾ ਮਾਮਲਾ, ਤੁਸੀਂ ਖੁਦ ਸੁਣੋ। ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ਤੇ ਪੜ੍ਹਨ ਆਏ ਬੱਚਿਆਂ ਜਾਂ ਫਿਰ ਵਿਦੇਸ਼ੀ ਕਾਮਿਆਂ ਦੇ ਲਈ ਐਕਸਪ੍ਰੈਸ ਐਂਟਰੀ ਤੋਂ ਇਲਾਵਾ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਪੀਐਨਪੀ ਵਰਗੇ ਆਪਸ਼ਨਸ ਰਾਹੀਂ ਪੀਆਰ ਹਾਸਲ ਕਰਨ ਦੇ ਕਈ ਰਾਹ ਨੇ, ਪਰ ਇਸ ਲਈ ਤੁਹਾਨੂੰ ਕਈ ਵਾਰ ਪੁਆਇੰਟਸ ਮੀਟ ਕਰਨੇ ਪੈਂਦੇ ਨੇ। ਪਰ ਮੈਨੀਟੋਬਾ ਦੀ ਸਰਕਾਰ ਦੇ ਵੱਲੋਂ ਹੁਣ ਅਜਿਹਾ ਨਿਯਮ ਕੱਢਿਆ ਗਿਆ ਹੈ ਜਿਸ ਨਾਲ ਉੱਥੇ ਕੰਮ ਕਰ ਰਹੇ ਵਿਦੇਸ਼ੀ ਕਾਮੇ ਜਾਂ ਫਿਰ ਦੂਸਰੀ ਪ੍ਰੋਵਿੰਸ ਤੋਂ ਪੜ੍ਹ ਕੇ ਆਏ ਵਿਦਿਆਰਥੀਆਂ ਨੂੰ ਪੀਐਨਪੀ ਤੱਕ ਪਹੁੰਚਣ ਲਈ ਕਾਫੀ ਜ਼ਿਆਦਾ ਪੁਆਇੰਟਸ ਮੀਟ ਕਰਨੇ ਪੈ ਰਹੇ ਨੇ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਤੇ ਖਾਸ ਤੌਰ ਤੇ ਵਿਦੇਸ਼ੀ ਕਾਮਿਆਂ ਦੇ ਵੱਲੋਂ ਇਸ ਵਿਰੁੱਧ ਪ੍ਰਦਰਸ਼ਨ ਕਰਦਿਆਂ ਪੀਐਨਪੀ ਲਈ ਪੁਆਇੰਟਸ ਘਟਾਉਣ ਦੀ ਮੰਗ ਕੀਤੀ ਗਈ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਗਰੁੱਪ ਦੇ ਵੱਲੋਂ ਮੈਨੀਟੋਬਾ ਸਰਕਾਰ ਦੇ ਉਸ ਫੈਸਲੇ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਕੌਣ-ਕੌਣ ਪ੍ਰੋਵਿੰਸ ਵਿੱਚ ਪੀਆਰ ਲਈ ਰੁਕ ਸਕਦਾ ਹੈ। ਪੀਐਨਪੀ ਯਾਨੀ ਕਿ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਵਿੱਚ ਹੋਈ ਤਬਦੀਲੀ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਮੈਨੀਟੋਬਾ ਲੈਜਿਸਲੇਚਰ ਅਸੈਂਬਲੀ ਦੇ ਬਾਹਰ ਇਕੱਠੇ ਹੋਏ ਤੇ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦੇ ਤਹਿਤ ਮੈਨੀਟੋਬਾ ਪੀਐਨਪੀ ਲਈ 3 ਸਟਰੀਮ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ, ਜਿਸ ਵਿੱਚ ਸਕਿਲਡ ਵਰਕਰਸ, ਇੰਟਰਨੈਸ਼ਨਲ ਐਜੂਕੇਸ਼ਨ ਤੇ ਬਿਜ਼ਨਸ ਇਨਵੈਸਟਰਸ ਸ਼ਾਮਿਲ ਨੇ। ਅਜਿਹੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਤੇ ਸਕਿਲਡ ਵਰਕਰਸ ਮੈਨੀਟੋਬਾ ਦੇ ਵਿੱਚ ਆਰਜ਼ੀ ਵਰਕ ਪਰਮਿਟ ਤੇ ਨੇ, ਉਹ ਇਸ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਨੇ। ਪ੍ਰਦਰਸ਼ਨ ਦੇ ਆਯੋਜਕਾਂ ਦਾ ਕਹਿਣਾ ਸੀ ਕਿ ਜਿਹੜੇ ਬੱਚੇ ਮੈਨੀਟੋਬਾ ਤੋਂ ਬਾਹਰ ਗ੍ਰੈਜੂਏਸ਼ਨ ਕਰਕੇ ਆਏ ਨੇ, ਉਹਨਾਂ ਲਈ ਸਟੇਟਸ ਲੈਣ ਲਈ ਜੋ ਰਿਕੁਆਇਰਮੈਂਟਸ ਨੇ ਉਹਨਾਂ ਤੱਕ ਪਹੁੰਚਣਾ ਹੀ ਕਾਫੀ ਮੁਸ਼ਕਿਲ ਹੋ ਚੁੱਕਿਆ ਹੈ। ਇੰਦਰਜੀਤ ਗਿੱਲ, ਜਿਨ੍ਹਾਂ ਦੇ ਵੱਲੋਂ ਇਹ ਪ੍ਰਦਰਸ਼ਨ ਆਰਗੇਨਾਈਜ਼ ਕੀਤਾ ਗਿਆ ਸੀ ਤੇ ਖੁਦ ਇੱਕ ਇੰਟਰਨੈਸ਼ਨਲ ਸਟੂਡੈਂਟ ਰਹੇ ਨੇ ਅਤੇ ਪੀਐਨਪੀ ਵਿੱਚ ਆਏ ਨੇ, ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਟੈਂਪਰੇਰੀ ਸਟੇਟਸ ਖਤਮ ਹੋ ਰਹੇ ਨੇ। ਇਸ ਵੇਲੇ ਇਹ ਸਾਰੇ ਤਣਾਅ ਵਿੱਚ ਨੇ ਤੇ ਘਬਰਾਏ ਹੋਏ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਇੱਥੇ ਪਿਛਲੇ 2-2 ਸਾਲ ਤੋਂ ਕੰਮ ਕਰ ਰਹੇ ਨੇ, ਉਹ ਪ੍ਰੋਗਰਾਮ ਵਿੱਚ ਅਪਲਾਈ ਕਰਨ ਲਈ ਇਨਵੀਟੇਸ਼ਨ ਦੀ ਉਡੀਕ ਕਰ ਰਹੇ ਨੇ। ਗਿੱਲ ਨੇ ਕਿਹਾ ਕਿ 2022 ਤੋਂ ਜਿਹੜੇ ਬੱਚੇ ਨੇ ਇਸ ਲਈ ਕੁਆਲੀਫਾਈ ਕਰਨਾ ਹੈ, ਉਸ ਨੂੰ 700 ਪੁਆਇੰਟਸ ਇਕੱਠੇ ਕਰਨੇ ਜ਼ਰੂਰੀ ਨੇ, ਜੋ ਕਿ ਉਸ ਦੀ ਪੜ੍ਹਾਈ, ਉਮਰ, ਤਜਰਬੇ ਤੇ ਭਾਸ਼ਾ ਦੇ ਗਿਆਨ ਰਾਹੀਂ ਬਣਦੇ ਨੇ। ਉਸਨੇ ਕਿਹਾ ਕਿ ਜਿਹੜੇ ਬੱਚਿਆਂ ਨੇ ਪ੍ਰੋਵਿੰਸ ਤੋਂ ਬਾਹਰ ਪੜ੍ਹਾਈ ਕੀਤੀ ਹੈ ਜਾਂ ਫਿਰ ਕੰਮ ਕੀਤਾ ਹੈ, ਉਹਨਾਂ ਦੇ ਪੁਆਇੰਟਸ ਕੱਟ ਲਏ ਜਾਂਦੇ ਨੇ ਅਤੇ ਇਸ ਕਰਕੇ ਉਹ ਇਸ ਪੁਆਇੰਟਸ ਤੱਕ ਪਹੁੰਚ ਨਹੀਂ ਪਾਉਂਦੇ। ਇਸ ਪ੍ਰੋਗਰਾਮ ਦੇ ਤਹਿਤ ਅਪਲਾਈ ਕਰਨ ਵਾਲੇ ਮਨਦੀਪ ਰੋਹਿਲਾ ਨੇ ਕਿਹਾ ਕਿ ਇਹਨਾਂ ਨੂੰ ਪੁਆਇੰਟਸ ਘਟਾਉਣੇ ਚਾਹੀਦੇ ਨੇ ਤਾਂ ਜੋ ਸਭ ਨੂੰ ਬਰਾਬਰ ਦਾ ਮੌਕਾ ਮਿਲੇ ਅਤੇ ਹਰ ਕਿਸੇ ਲਈ ਇੱਕੋ ਬੇਸ ਹੋਵੇ ਤੇ ਆਪਣੀ ਪੀਆਰ ਲਈ ਅਪਲਾਈ ਕਰ ਸਕੇ। ਕੱਟ ਆਫ ਸਕੋਰ ਘਟਾਉਣ ਦੇ ਨਾਲ-ਨਾਲ ਇਹਨਾਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬੱਚਿਆਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ, ਉਹਨਾਂ ਨੂੰ ਵੀ ਐਕਸਟੈਂਸ਼ਨ ਦਿੱਤੀ ਜਾਵੇ। ਗਿੱਲ ਨੇ ਇਹ ਵੀ ਕਿਹਾ ਕਿ ਇਹ ਸਾਰੇ ਫਰੰਟਲਾਈਨ ਵਰਕਰ ਨੇ ਜਿਹੜੇ ਇੱਥੇ ਹੋਰ ਪ੍ਰੋਵਿੰਸ ਤੋਂ ਮੂਵ ਹੋ ਕੇ ਆਏ ਨੇ ਤੇ ਮੈਨੀਟੋਬਾ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਗਿੱਲ ਨੇ ਕਿਹਾ ਕਿ ਅਸੀਂ ਮੈਨੀਟੋਬਾ ਦੀ ਤਰੱਕੀ ਚਾਹੁੰਦੇ ਹਾਂ ਅਤੇ ਇਹ ਸਾਰੇ ਇਸ ਤਰੱਕੀ ਵਿੱਚ ਆਪਣਾ ਹਿੱਸਾ ਪਾ ਰਹੇ ਨੇ। ਉਧਰ ਦੂਜੇ ਪਾਸੇ ਸੀਟੀਵੀ ਨਿਊਜ਼ ਨੂੰ ਇੱਕ ਬਿਆਨ ਵਿੱਚ ਐਡਵਾਂਸ ਐਜੂਕੇਸ਼ਨ ਸਕਿਲਡ ਅਤੇ ਇਮੀਗ੍ਰੇਸ਼ਨ ਮੰਤਰੀ ਜੌਨ ਰੇਸ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਪੀਐਨਪੀ ਵਿੱਚ ਤਬਦੀਲੀਆਂ ਆਉਣਗੀਆਂ। ਉਹਨਾਂ ਨੇ ਕਿਹਾ ਕਿ ਮੈਨੀਟੋਬਾ ਇਮੀਗ੍ਰੇਸ਼ਨ ਐਡਵਾਈਜ਼ਰੀ ਕੌਂਸਲ ਇਸ ਵੇਲੇ ਮੌਜੂਦਾ ਪਾਲਿਸੀਜ਼ ਤੇ ਪ੍ਰੋਗਰਾਮ ਨੂੰ ਦੇਖ ਕੇ ਇਹਨਾਂ ਵਿੱਚ ਸੁਧਾਰ ਲਈ ਕੰਮਕਾਰ ਕਰ ਰਹੀ ਹੈ, ਜਿਸ ਵਿੱਚ ਪੀਐਨਪੀ ਵੀ ਸ਼ਾਮਿਲ ਹੈ। ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਂ ਬਹੁਤ ਸਾਰੇ ਪੋਸਟ ਗ੍ਰੈਜੂਏਟਸ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਮੈਨੀਟੋਬਾ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਣਾਈ ਹੈ ਅਤੇ ਜਿਹੜੇ ਨਿਊਕਮਰਸ ਨੇ ਪ੍ਰੋਵਿੰਸ ਦੀ ਤਰੱਕੀ ਲਈ ਕੰਮ ਕੀਤਾ ਹੈ ਤਾਂ ਉਹਨਾਂ ਦੇ ਵਸੇਬੇ ਲਈ ਮੈਂ ਸੁਝਾਅ ਲੈਣ ਲਈ ਹਮੇਸ਼ਾ ਤਿਆਰ ਹਾਂ। ਉਹਨਾਂ ਨੇ ਕਿਹਾ ਕਿ ਬਦਲਾਵਾਂ ਦੇ ਲਈ ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਜਲਦ ਹੀ ਜਾਰੀ ਕਰ ਦਿੱਤੀ ਜਾਏਗੀ। ਬਿਊਰੋ ਰਿਪੋਰਟ, ਹਮਦਰਦ ਨਿਊਜ਼।